गुड मॉर्निंग स्टूडेंट्स। हाँ जी राजे 4.1 ਮੈਨੂੰ ਲੱਗਦਾ ਥੋੜੀ ਕੰਪਲੀਟ ਹੋ ਗਈ ਹੋਗੀ। ਜਿਹੜੇ ਬੱਚੇ ਦੇ ਕੁਐਸਚਨ ਰਹਿ ਗਏ ਕੰਪਲੀਟ ਕਰ ਲਿਓ ਤੇ ਜੇ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲਿਆ ਕਰੋ। ਹੁਣ ਆਪਾਂ ਨੈਕਸਟ ਕਰਨ ਲੱਗੇ ਐਕਸਰਸਾਈਜ਼ 4.2 4.2 ਦੇ ਵਿੱਚ ਰਾਜੇ ਬਾਈ ਯੂਜ਼ਿੰਗ ਪ੍ਰੋਪਰਟੀਜ਼ ਆਫ ਡਿਟਰਮੀਨੈਂਟਸ ਅਸੀਂ ਕੁਐਸਚਨ ਫਾਈਂਡ ਕਰਨੇ ਆ। ਤਾਂ ਉਹਦੇ ਲਈ ਆਪਾਂ ਪਹਿਲਾਂ ਮੈਂ ਤੁਹਾਨੂੰ ਪ੍ਰੋਪਰਟੀਜ਼ ਆਫ ਡਿਟਰਮੀਨੈਂਟਸ ਕਰਵਾ ਦਾਂ। ਉਹ ਆਪਾਂ ਪ੍ਰੋਪਰਟੀਜ਼ ਕਰਾਂਗੇ ਐਗਜ਼ਾਮਪਲਸ ਲੈ ਕੇ ਮੈਂ ਤੁਹਾਨੂੰ ਨਾਲ ਦੀ ਨਾਲ ਸਮਝਾ ਦੂੰਗੀ। ਸਮ ਐਗਜ਼ਾਮਪਲਸ ਨੇ। ਦੇਖੋ ਪਹਿਲੀ ਕੀ ਆ, ਪਹਿਲਾਂ ਹੀ ਪ੍ਰੋਪਰਟੀ ਕੀ ਕਹਿੰਦੀ ਆ, ਜੇ ਕਹਿੰਦੇ ਕਿਸੇ ਇੱਕ ਰੋ ਜਾਂ ਵੱਧ ਦੇ ਵਿੱਚ ਸਾਰੇ ਐਲੀਮੈਂਟ 0 ਬਣ ਜਾਣ, ਠੀਕ ਆ, ਜਿਵੇਂ ਮੇਰੀ ਇੱਥੇ R1 ਦੇ ਸਾਰੇ ਐਲੀਮੈਂਟ ਕੀ ਆ 0 ਆ, ਤਾਂ ਤੁਹਾਨੂੰ ਫਾਈਂਡ ਕਰਕੇ ਦੇਖਣ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਐਕਸਪੈਂਡ ਕਰਨ ਲੱਗ ਜਾਓ, ਡਾਇਰੈਕਟ ਉਹਦਾ ਆਨਸਰ ਕਿੰਨਾ ਹੁੰਦਾ 0। ਕਿਸੇ ਵੀ ਜਾਂ ਇੱਕ ਰੋ ਜਾਂ ਵੱਧ ਜਾਂ ਕਿਸੇ ਕਾਲਮ ਦੇ ਵਿੱਚ ਸਾਰੀਆਂ ਐਂਟਰੀਜ਼ 0 ਨੇ ਤਾਂ ਉਹਦਾ ਆਨਸਰ ਕੀ ਹੁੰਦਾ 0। ਠੀਕ ਆ, ਫਸਟ ਪ੍ਰੋਪਰਟੀ ਕਲੀਅਰ ਆ। ਸੈਕਿੰਡ ਪ੍ਰੋਪਰਟੀ ਵਿੱਚ ਕੀ ਕਹਿੰਦੇ ਆ, ਆਪਾਂ ਕੱਲ੍ਹ ਵਾਲਾ ਕੁਐਸਚਨ ਕੀਤਾ ਸੀ ਤਾਂ ਮੈਂ ਉਹੀ ਡੈਲਟਾ ਉਹੀ ਐਗਜ਼ਾਮਪਲ ਲੈ ਰਹੀ ਹਾਂ। ਇਹਦਾ ਆਪਾਂ ਆਨਸਰ ਕੱਢਿਆ ਸੀ 46। ਤਾਂ ਹੁਣ ਮੈਂ ਕੀ ਕੀਤਾ, ਇਹਨਾਂ ਦੀਆਂ ਰੋਜ਼ ਅਤੇ ਕਾਲਮ ਨੂੰ ਇੰਟਰਚੇਂਜ ਕਰਤਾ। 3 -4 5 1 1 -2 2 3 1 2 3 1। ਤਾਂ ਫਿਰ ਜਦੋਂ ਡਿਟਰਮੀਨੈਂਟ ਦੀ ਵੈਲਿਊ ਦੇਖੀ ਉਹ ਵੀ ਕਿੰਨੀ ਆ ਗਈ 46। ਤਾਂ ਇਹਦਾ ਕੀ ਬਣਿਆ ਮੀਨਿੰਗ, ਵੈਲਿਊ ਆਫ ਡਿਟਰਮੀਨੈਂਟ ਇਜ਼ ਨੋਟ ਚੇਂਜਡ ਬਾਏ ਚੇਂਜਿੰਗ ਇਟਸ ਰੋਜ਼ ਇਨਟੂ ਕਾਲਮਸ ਐਂਡ ਕਾਲਮਸ ਇਨਟੂ ਰੋਜ਼। ਮਤਲਬ ਜੇ ਤੁਸੀਂ ਟਰਾਂਸਪੋਜ਼ ਵੀ ਲੈ ਲਓਗੇ ਤਾਂ ਵੀ ਆਪਣਾ ਆਨਸਰ ਕਿੰਨਾ ਰਹਿੰਦਾ, ਸੇਮ ਰਹਿੰਦਾ। ਅੱਗੇ ਆਪਣੀ ਥਰਡ ਪ੍ਰੋਪਰਟੀ ਆ। ਥਰਡ ਪ੍ਰੋਪਰਟੀ ਦੇ ਵਿੱਚ ਫਿਰ ਉਹੀ ਐਗਜ਼ਾਮਪਲ ਲੈ ਕੇ ਚੱਲੇ ਆ। ਆਨਸਰ ਇਹਦਾ 46 ਕੀਤਾ ਕੱਢਿਆ ਹੋਇਆ। ਇਸ ਤੋਂ ਬਾਅਦ ਮੈਂ ਕੀ ਕੀਤਾ, ਦੋ ਜਿਹੜੀਆਂ R1 ਅਤੇ R2 ਉਹਨਾਂ ਨੂੰ ਇੰਟਰਚੇਂਜ ਕਰਤਾ। R1 ਵਾਲੀ ਪੋਜੀਸ਼ਨ 'ਤੇ R2 ਆ ਗਈ, 1 1 -2 ਉੱਪਰ ਆ ਗਿਆ, 3 -4 5 ਨੀਚੇ ਆ ਗਿਆ, 2 3 1 ਐਜ਼ ਇਟ ਇਜ਼ ਰਹਿ ਗਿਆ। ਫਿਰ ਜਦੋਂ ਆਨਸਰ ਦੇਖਿਆ ਤਾਂ ਉਹ ਕਿੰਨਾ ਆ ਗਿਆ, ਮਾਈਨਸ ਦਾ 46 ਆ ਜਾਂਦਾ ਰਾਜੀ। ਇਹਦਾ ਆਨਸਰ ਹੈਗਾ ਮਾਈਨਸ ਦਾ 46। ਤਾਂ ਮਾਈਨਸ ਡੈਲਟਾ ਆ ਗਿਆ, ਡੈਲਟਾ ਡੈਸ਼। ਤਾਂ ਇਫ ਟੂ ਐਡਜਸੈਂਟ ਰੋਜ਼ ਆਫ ਡਿਟਰਮੀਨੈਂਟ ਆਰ ਇੰਟਰਚੇਂਜਡ then sign of determinant is changed but numerical value is unchanged। ਕੀ ਗੱਲ ਕੀ ਸਮਝ ਲੱਗੀ ਤੁਹਾਨੂੰ ਵੀ ਜੇ ਤਾਂ ਜੇ ਕਿਸੇ ਵੀ ਦੋ ਐਡਜਸੈਂਟ ਰੋ ਜਾਂ ਅਸੀਂ ਕਾਲਮ ਨੂੰ ਇੰਟਰਚੇਂਜ ਕਰ ਦਿੰਦੇ ਆ, R1 R2 ਨੂੰ ਕਰ ਸਕਦੇ ਆ, R2 R3 ਨੂੰ ਕਰ ਸਕਦੇ ਆ, ਤਾਂ ਇਹਦੇ ਵਿੱਚ ਕੀ ਆ, ਕਹਿੰਦੇ ਰਾਜੇ ਆਪਣਾ ਜਿਹੜਾ ਸਾਈਨ ਆ ਉਹ ਕੀ ਹੋ ਜਾਊਗਾ, ਚੇਂਜ ਹੋ ਜਾਊਗਾ, ਪਰ ਜਿਹੜੀ ਵੈਲਿਊ ਉਨੀ ਰਹੂਗੀ। ਜੇ ਪਹਿਲਾਂ 46 ਸੀ ਫਿਰ ਨੈਗੇਟਿਵ ਦਾ 46 ਬਣ ਗਿਆ, ਜੇ ਪਹਿਲਾਂ -46 ਹੋਊਗਾ ਫਿਰ ਉਹ ਪਲੱਸ ਦਾ 46 ਬਣ ਜਾਊਗਾ। ਅਗਲੀ ਪ੍ਰੋਪਰਟੀ ਕੀ ਕਹਿੰਦੀ ਆ, ਅਗਲੀ ਪ੍ਰੋਪਰਟੀ ਦੇ ਵਿੱਚ ਕੀ ਆ, 2 ਰੋਜ਼ ਆਰ ਆਈਡੈਂਟੀਕਲ, ਵੈਲਿਊ ਆਫ ਡਿਟਰਮੀਨੈਂਟ ਕੀ ਆ 0 ਆ। 1 2 3 1 2 3 -1 0 2। ਦੇਖੋ ਦੋ ਰੋਜ਼ ਆਈਡੈਂਟੀਕਲ ਨੇ, ਆਨਸਰ ਕਿੰਨਾ ਆ ਗਿਆ 0। ਅਗਲਾ ਹੈਗਾ ਆਪਣਾ ਫਿਫਥ ਪ੍ਰੋਪਰਟੀਜ਼ ਕੀ ਆ, ਉਹੀ ਆਪਾਂ ਐਗਜ਼ਾਮਪਲ ਲਈ ਆ 46 ਆਨਸਰ ਆ। ਮੈਂ ਕੀ ਕੀਤਾ, ਪਹਿਲੀ ਰੋ ਦੇ ਐਲੀਮੈਂਟਸ ਨੂੰ 2 ਨਾਲ ਮਲਟੀਪਲਾਈ ਕਰਕੇ ਨਵਾਂ ਡੈਲਟਾ ਡੈਸ਼ ਲਿਖਿਆ। 2 3 ਦਾ 6 2 4 ਦਾ ਆਪਣਾ -8 10 ਆ ਗਿਆ। ਤਾਂ ਇਹਦੇ ਵਿੱਚ ਰਾਜੀ ਜਦੋਂ ਆਪਾਂ ਆਨਸਰ ਫਾਈਂਡ ਕੀਤਾ ਉਹ ਆ ਗਿਆ 92 ਜਾਣੀ ਕਿ 46 ਇੰਟੂ 2 ਕਰਾਂਗੇ, 46 ਇੰਟੂ 2 ਕਿੰਨਾ ਆ ਗਿਆ 92। ਤਾਂ 2 ਟਾਈਮਸ ਕਿੰਨਾ ਆ ਗਿਆ ਡੈਲਟਾ। ਜੇ ਮੈਂ ਦੂਜੀ ਰੋ ਨੂੰ ਵੀ ਮਲਟੀਪਲਾਈ ਕਰ ਦਿੰਦੀ 2 ਨਾਲ, ਫਿਰ ਇੱਕ 2 ਫਿਰ ਡਬਲ ਹੋ ਜਾਣਾ ਸੀ 2 ਟੂ ਦਾ 4। ਜੇ ਤੀਜੀ ਰੋ ਨਾਲ ਵੀ ਕਰ ਦਿੰਦੇ ਫਿਰ ਕੀ ਹੋਣਾ ਸੀ 2 ਟੂ ਦਾ 4 ਟੂ ਦਾ 8 ਟਾਈਮਸ ਬਣ ਜਾਣਾ ਸੀ। ਤਾਂ ਰਾਜੇ ਇਹਦੇ ਵਿੱਚ ਇੱਕ ਤੁਹਾਨੂੰ ਧਿਆਨ ਰੱਖਣ ਦੀ ਲੋੜ ਆ, ਜਦੋਂ ਆਪਾਂ ਮੈਟ੍ਰਿਕਸ ਦੀ ਗੱਲ ਕਰਦੇ ਹਾਂ ਉਦੋਂ ਕੀ ਹੁੰਦਾ, ਸਾਰੇ ਮੈਟ੍ਰਿਕਸ ਦੇ ਵਿੱਚੋਂ ਜੇ ਆਪਾਂ ਕਾਮਨ ਬਾਹਰ ਕੱਢਣਾ ਤਾਂ ਸਾਰੇ ਮੈਟ੍ਰਿਕਸ ਦੇ ਵਿੱਚੋਂ ਫੈਕਟਰ ਪਿਆ ਹੋਣਾ ਚਾਹੀਦਾ, ਸਾਰੀਆਂ ਰੋਜ਼ ਦੇ ਸਾਰੀ ਕਾਲਮ ਦੇ ਐਲੀਮੈਂਟਸ, ਠੀਕ ਆ। ਬਟ ਕਹਿੰਦੇ ਡਿਟਰਮੀਨੈਂਟ ਦੇ ਕੇਸ ਵਿੱਚ ਕੀ ਆ, ਡਿਟਰਮੀਨੈਂਟ ਦੇ ਵਿੱਚ ਕੀ ਆ, ਜੇ ਆਹ ਕੇ A1 ਆ, ਕੇ B1 ਕੇ C1 ਕੇ ਸਾਰੇ ਦੇਖੋ ਇਹਦੇ ਵਿੱਚ ਵੀ ਡਿਟਰਮੀਨੈਂਟ ਦੇ ਵਿੱਚ ਪਹਿਲੀ 'ਚ ਵੀ ਕੇ ਪਿਆ, ਦੂਜੀ 'ਚ ਵੀ, ਤੀਜੀ 'ਚ ਵੀ। ਤਾਂ ਜਿਹੜਾ ਕੇ ਆ ਉਹ ਪਹਿਲੀ ਰੋ 'ਚੋਂ ਇੱਕ ਕਾਮਨ ਆ ਗਿਆ, ਦੂਜੀ ਰੋ 'ਚੋਂ ਕਾਮਨ ਆ ਸਕਦਾ, ਤੀਜੀ ਰੋ 'ਚੋਂ ਕਾਮਨ ਆ ਸਕਦਾ। ਕੇ ਦੀ ਪਾਵਰ ਕਿੰਨੀ ਬਣ ਜਾਂਦੀ ਆ 3 ਬਣ ਜਾਂਦੀ ਆ। ਮੈਟ੍ਰਿਕਸ ਦੇ ਵਿੱਚ ਕੀ ਹੁੰਦਾ, ਇੱਕ ਕੇ ਬਾਹਰ ਆਉਂਦਾ ਸਾਰੇ ਦੇ ਵਿੱਚੋਂ, ਠੀਕ ਆ। ਤਾਂ ਬਟ ਜਦੋਂ ਆਪਾਂ ਮੈਟ੍ਰਿਕਸ ਦੀ ਗੱਲ ਕਰਦੇ ਹਾਂ ਅਤੇ ਜੇ ਕਿਸੇ ਇੱਕ ਕਾਲਮ ਦੇ ਵਿੱਚ ਕੇ ਪਿਆ ਵਾ ਤਾਂ ਅਸੀਂ ਬਾਹਰ ਵੀ ਨਹੀਂ ਕੱਢ ਸਕਦੇ, ਠੀਕ ਆ। ਪਰ ਇਹਦੇ ਵਿੱਚ ਜੇ ਪਿਆ ਵਾ, ਦੇਖੋ ਇਹਦੇ ਵਿੱਚ ਸੈਕਿੰਡ ਰੋ ਦੇ ਵਿੱਚ ਪਿਆ ਵਾ ਤਾਂ ਅਸੀਂ ਬਾਹਰ ਕੱਢ ਸਕਦੇ ਹਾਂ, ਠੀਕ ਆ। ਇਹਦੇ ਵਿੱਚ ਕੀ ਆ, ਡਿਟਰਮੀਨੈਂਟਸ ਕਾਮਨ ਫੈਕਟਰਸ ਆਰ ਰਿਟਨ ਆਊਟਸਾਈਡ ਡਿਟਰਮੀਨੈਂਟ ਵਨ ਐਟ ਏ ਟਾਈਮ ਫਰੋਮ ਏ ਸਿੰਗਲ ਰੋ ਔਰ ਸਿੰਗਲ ਕਾਲਮ, ਠੀਕ ਆ, ਕਲੀਅਰ। ਤਾਂ ਤੁਹਾਡਾ ਇੱਕ ਰਿਜ਼ਲਟ ਹੈ ਜਿਹੜਾ ਜੇ 1 ਨੰਬਰ ਦੇ ਲਈ ਬਹੁਤ ਇੰਪੋਰਟੈਂਟ, ਇਫ ਏ ਸਕੁਏਅਰ ਮੈਟ੍ਰਿਕਸ ਆਫ ਆਰਡਰ n ਦੈਨ ਡਿਟਰਮੀਨੈਂਟ ਆਫ ਕੇ ਏ ਇਕੁਅਲ ਟੂ ਕੇ ਦੀ ਪਾਵਰ n ਇੰਟੂ ਡਿਟਰਮੀਨੈਂਟ ਆਫ ਏ। ਅਤੇ ਰਿਜ਼ਲਟ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਤੁਸੀਂ ਕੇ ਦੇ ਨਾਲ ਮਲਟੀਪਲਾਈ ਕੀਤਾ ਤਾਂ ਡਿਟਰਮੀਨੈਂਟ ਦੀ ਵੈਲਿਊ
ਕਿੰਨੀ ਬਾਹਰ ਆ ਜੂਗੀ k ਦੀ ਪਾਵਰ ਕਿੰਨਾ ਆ ਜੂਗਾ ਜਿੰਨਾ ਉਸ ਮੈਟ੍ਰਿਕਸ ਦਾ ਆਰਡਰ ਆ। ਇਕੱਲਾ k ਨਹੀਂ ਆਊਗਾ, k ਦੀ ਪਾਵਰ ਆਊਗੀ, ਕਿੰਨੀ ਪਾਵਰ ਆਊਗੀ ਜਿੰਨਾ ਉਸ ਮੈਟ੍ਰਿਕਸ ਦਾ ਆਰਡਰ ਆ। ਤਾਂ ਇਹਦੇ ਵਿੱਚ ਅਗਲੀ ਹੈਗੀ ਆਪਣੀ ਪ੍ਰੋਪਰਟੀ, ਇਫ 2 rows ਆਫ ਡਿਟਰਮੀਨੈਂਟ ਆਰ ਪ੍ਰਪੋਰਸ਼ਨਲ ਦੈਨ ਇਟਸ ਵੈਲਿਊ ਇਜ਼ 0। ਪ੍ਰਪੋਰਸ਼ਨਲ ਮਤਲਬ ਜਾਂ ਫਿਰ ਇਹ ਕਹਿ ਸਕਦੇ ਹੋ ਵੀ ਜੇ ਇੱਕ ਰੋਜ਼ ਦੇ ਐਲੀਮੈਂਟ ਦੂਜੀ ਦੇ ਮਲਟੀਪਲ ਨੇ। ਫੋਰ ਐਗਜ਼ਾਮਪਲ ਇਹਦੇ ਵਿੱਚ ਕੀ ਆ 1 2 3, ਇਹ 'ਚ ਕੀ ਆ 2 4 6। ਦੇਖੋ ਇਹ ਪ੍ਰਪੋਰਸ਼ਨਲ ਨੇ 1/2, 2/4 ਵੀ 1/2 ਹੁੰਦਾ, 3/6 ਵੀ ਕਿੰਨਾ ਹੁੰਦਾ 1/2। ਤਾਂ ਇਹਦੇ ਵਿੱਚ ਰਾਜੇ ਦਾ ਆਨਸਰ ਫਾਈਂਡ ਕੀਤਾ, ਆਨਸਰ ਕਿੰਨਾ ਆ ਗਿਆ 0। ਜੇ 2 ਰੋਜ਼ ਜਾਂ ਫਿਰ 2 ਕਾਲਮ ਪ੍ਰਪੋਰਸ਼ਨਲ ਨੇ ਤਾਂ ਵੀ ਆਨਸਰ ਕਿੰਨਾ ਹੁੰਦਾ 0। ਜੇ ਤੁਹਾਡੇ ਕੋਲ ਇਸ ਤਰੀਕੇ ਨਾਲ ਡਿਟਰਮੀਨੈਂਟ ਪਿਆ ਵਾ ਵੀ ਜਿਹੜਾ ਇੱਕ ਜਿਹੜੀ ਰੋਜ਼ ਆ ਕਾਲਮ ਦੇ ਐਲੀਮੈਂਟ ਆ ਜਿਹੜੇ ਉਹ ਪਲੱਸ ਦੇ ਵਿੱਚ ਪਏ ਆ, ਤਾਂ ਤੁਸੀਂ ਸਪਲਿਟ ਕਰਕੇ ਲਿਖ ਸਕਦੇ ਹੋ। ਸਪਲਿਟ ਕਿਵੇਂ ਕਰ ਸਕਦੇ ਹੋ, A1 ਇਹ ਤਾਂ ਐਜ਼ ਇਟ ਇਜ਼ ਆ ਜਾਊਗਾ, ਇਹਦੇ ਪਹਿਲਾਂ ਵਾਲੇ ਲਿਖ ਲਓ A² B² C², ਇਹਦਾ ਐਜ਼ ਇਟ ਇਜ਼ C3 ਆ ਜਾਊਗਾ, ਪਲੱਸ ਫਿਰ ਆਹ 1 1 1। ਹੁਣ ਜਿਹੜਾ ਸੈਕਿੰਡ ਵਾਲਾ ਰਹਿ ਗਿਆ BC CA AB, ਫਿਰ ਥਰਡ ਕਾਲਮ। ਇਸੇ ਤਰੀਕੇ ਨਾਲ ਤੁਸੀਂ ਇਹਨੂੰ ਲਿਖ ਸਕਦੇ ਹੋ ਸਪਲਿਟ ਕਰਕੇ ਪਲੱਸ ਪਾ ਕੇ, ਠੀਕ ਹੈ ਰਾਜੀ। ਤਾਂ ਅਗਲਾ ਜਿਹੜਾ ਹੁਣ ਐਕਸਰਸਾਈਜ਼ 4.2 ਦੇ ਜਿਹੜੇ ਕੁਐਸਚਨ ਆ, ਵਿਦਆਊਟ ਐਕਸਪੈਂਡਿੰਗ ਪ੍ਰੂਵ ਡੈਟ, ਇਹਦੇ ਵਿੱਚ ਕੀ ਹੋਊਗਾ, ਐਕਸ ਪਹਿਲਾ ਕੁਐਸਚਨ ਆ, ਆਪਾਂ x + a y b y + b z c z + c ਲਿਖਿਆ। ਇਹਨੂੰ ਆਪਾਂ ਮੈਂ ਕੀ ਕੀਤਾ C1 ਤੇ ਆਪਰੇਸ਼ਨ ਲਗਾਤਾ C1 + C2। ਤੁਸੀਂ ਆਪਰੇਸ਼ਨ ਵੀ ਲਗਾ ਸਕਦੇ ਹੋ, ਆਪਰੇਸ਼ਨ ਵਾਲਾ ਪ੍ਰੋਪਰਟੀ ਮੈਂ ਡਿਸਕਸ ਨਹੀਂ ਕੀਤਾ, ਜਦੋਂ ਕੁਐਸਚਨ ਕਰਾਂਗੇ ਤੁਹਾਨੂੰ ਕਲੀਅਰ ਹੋ ਜਾਊ। ਤੁਸੀਂ ਕਿਸੇ ਇੱਕ ਕਾਲਮ ਜਾਂ ਰੋ ਤੇ ਦੂਜੇ ਜਿਹੜਾ ਕਾਲਮ ਰੋ ਆ ਉਹਨਾਂ ਦੇ ਇੱਕ ਤੋਂ ਜਾਂ ਵੱਧ ਤੇ ਸਿੱਧਾ ਐਡ ਕਰ ਸਕਦੇ ਹੋ, ਮਾਈਨਸ ਕਰ ਸਕਦੇ ਹੋ, ਕਿਸੇ ਸਕੇਲਰ ਮਲਟੀਪਲਾਈ ਕਰਕੇ ਵੀ ਕਰ ਸਕਦੇ ਹੋ, ਪਲੱਸ ਜਾਂ ਐਡ, ਠੀਕ ਆ। ਤਾਂ ਮੈਂ C1 ਤੇ ਆਪਰੇਸ਼ਨ ਲਗਾਇਆ, C1 + C2, x + a ਬਣ ਗਿਆ, y + b ਬਣ ਗਿਆ, z + c ਬਣ ਗਿਆ। ਤਾਂ ਆ ਆਪਣੇ C1 ਤੇ C2 ਕੀ ਬਣ ਗਏ, C1 ਤੇ C3 ਆਰ ਆਇਡੈਂਟੀਕਲ, C1 ਐਂਡ C3 ਆਇਡੈਂਟੀਕਲ, ਤਾਂ ਸਿੱਧਾ ਆਨਸਰ ਕਿੰਨਾ ਆ ਗਿਆ 0। ਤਾਂ ਅਗਲਾ ਆਪਣਾ ਹੈਗਾ ਵਾ, ਜਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਸੀ, C3 ਤੇ ਆਪਰੇਸ਼ਨ ਲਗਾ ਦਿੰਦੇ C3 - C2, ਤਾਂ C3 x y z। ਤਾਂ ਇਹਦੇ ਵਿੱਚ ਕੀ ਆ ਰਾਜੇ, ਇਹਦੇ ਵਿੱਚੋਂ C3 ਦੇ ਵਿੱਚੋਂ C2 ਦੇ ਐਲੀਮੈਂਟ ਘਟਾ ਦਿਓ, x + a ਚੋਂ a ਕੱਟਿਆ x ਬਚ ਗਿਆ, y + b ਚੋਂ b ਕੱਟਿਆ y ਬਚ ਗਿਆ, z + c ਚੋਂ c ਕੱਟਿਆ z ਬਚ ਗਿਆ। C1 ਤੇ C3 ਕੀ ਬਣ ਗਏ, ਆਇਡੈਂਟੀਕਲ, ਆਨਸਰ ਇਜ਼ 0। ਸੈਕਿੰਡ ਕੁਐਸਚਨ, ਸੈਕਿੰਡ ਦੇ ਵਿੱਚ ਕੀ ਆ, ਤੁਸੀਂ ਮੈਂ ਕੀ ਕੀਤਾ, ਸੈਕਿੰਡ ਦੀ ਸਟੇਟਮੈਂਟ ਲਿਖੀ, C1 ਤੇ ਆਪਰੇਸ਼ਨ ਲਗਾਤਾ C1 + C2 + C3। ਤੁਸੀਂ ਤਿੰਨਾਂ ਦਾ ਆਪਰੇਸ਼ਨ ਵੀ ਲਗਾ ਸਕਦੇ ਹੋ, ਤਿੰਨਾਂ ਨੂੰ ਕੰਬਾਈਨ ਕਰਤਾ, ਇੱਥੇ ਫਿਰ 0 0 ਬਣ ਗਿਆ ਇੱਕ, ਜਦੋਂ ਆਪਣੇ ਕੋਲ ਕਾਲਮ 0 ਆਨਸਰ ਇਜ਼ 0। ਥਰਡ ਕੁਐਸਚਨ, 2 7 65 3 8 75 5 9 86। ਕੀ ਕੀਤਾ ਅਸੀਂ, C1 ਤੇ ਆਪਰੇਸ਼ਨ ਲਗਾਇਆ C1 + 9 C2, ਠੀਕ ਆ। ਤਾਂ C1 ਤੇ ਕੀ ਆਪਰੇਸ਼ਨ ਲਗਾਇਆ, C1 + 9 ਸੀ। ਇਸ ਜਿਹੜਾ ਕਾਲਮ ਆ ਇਹਦੇ ਐਲੀਮੈਂਟਸ ਨੂੰ 9 ਨਾਲ ਮਲਟੀਪਲਾਈ ਕਰਕੇ ਇਹ 'ਚ ਐਡ ਕਰੀ ਗਏ, 9 7 ਦਾ 63 63 63 + 2 65 ਬਣ ਗਿਆ, 9 8 ਦਾ 72 72 + 3 75 ਬਣ ਗਿਆ, 9 9 ਦਾ 81 81 ਤੇ 5 86 ਬਣ ਗਿਆ। ਇੱਥੋਂ ਲਿਖ ਦਿਓ C1 ਤੇ C3 ਕੀ ਹੋ ਗਏ, ਆਇਡੈਂਟੀਕਲ, ਆਨਸਰ ਇਜ਼ 0। ਸਿਮੀਲਰਲੀ ਫੋਰਥ ਕੁਐਸਚਨ ਤੁਸੀਂ ਕਰ ਸਕਦੇ ਹੋ, ਫੋਰਥ ਕੁਐਸਚਨ ਮੈਂ ਕੀਤਾ ਹੋਇਆ, ਠੀਕ ਆ। ਤਾਂ ਆਪਣੇ ਕੰਪਲੀਟ ਕਰ ਲਿਓ, ਜਿੰਨੇ ਹੋ ਸਕੇ ਰਾਜੀ ਇਹਦੇ 5 ਤੱਕ 6 ਤੱਕ ਕੰਪਲੀਟ ਕਰ ਲਿਓ।